ਪਿਆਰੇ ਵਿਦਿਆਰਥੀਓ ਤੇ ਸਤਿਕਾਰਯੋਗ ਦੋਸਤੋ, ਅੱਜ ਅਸੀਂ ਲੋਕ ਨਾਚਾਂ ਦੇ ਬਾਰੇ ਪੰਜਾਬੀ ਲੋਕ ਧਾਰਾ ਵਿਗਿਆਨੀ ਡਾਕਟਰ ਨਾਹਰ ਸਿੰਘ ਦਾ ਲਿਖਿਆ ਹੋਇਆ ਨਿਬੰਧ ਲੋਕ ਨਾਚਾਂ ਦਾ ਜਨਮ ਅਤੇ ਵਿਕਾਸ ਬਾਰੇ ਚਰਚਾ ਕਰਾਂਗੇ। ਉਮੀਦ ਹੈ ਕਿ ਅਸੀਂ ਇਸ ਵਿਸ਼ੇ ਤੋਂ ਕੁਝ ਨਾ ਕੁਝ ਜ਼ਰੂਰ ਸਿੱਖ ਪਾਵਾਂਗੇ। ਸੋ ਇਸ ਨਿਬੰਧ ਦੀ ਸ਼ੁਰੂਆਤ ਵਿੱਚ ਡਾਕਟਰ ਨਾਹਰ ਸਿੰਘ ਨੇ ਵੱਖ-ਵੱਖ ਵਿਦਵਾਨਾਂ ਦੁਆਰਾ ਮਿੱਥੇ ਹੋਏ ਸਮਾਜ ਦੇ 3 ਪੜਾਵਾਂ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਵਿੱਚ ਉਹਨਾਂ ਨੇ ਜਾਦੂ ਚਿੰਤਨ ਆਧਾਰਿਤ ਜਾਦੂ ਦਾ ਯੁੱਗ, ਧਰਮ ਚਿੰਤਨ ਆਧਾਰਿਤ ਧਰਮ ਦਾ ਯੁੱਗ ਤੇ ਵਿਗਿਆਨਕ ਚਿੰਤਨ ਆਧਾਰਿਤ ਵਿਗਿਆਨ ਦਾ ਯੁੱਗ, ਇਹ 3 ਪੜਾਅ ਜਿਹੜੇ ਨੇ ਇਹ ਸਮਾਜ ਦੇ ਵੱਖ-ਵੱਖ ਵਿਦਵਾਨਾਂ ਨੇ ਵੰਡੇ ਨੇ। ਇਹਨਾਂ ਦੇ ਆਧਾਰ ਤੇ ਹੀ ਜਿਹੜਾ ਵਿਦਵਾਨ ਡਾਕਟਰ ਨਾਹਰ ਸਿੰਘ ਹੈ ਇਹ ਦੱਸਦਾ ਹੈ ਕਿ ਜਾਦੂ ਚਿੰਤਨ ਦਾ ਆਰੰਭ ਮਨੁੱਖ ਦੁਆਰਾ ਕੁਦਰਤ ਤੋਂ ਵੱਖਰੀ ਹੋਂਦ ਸਥਾਪਿਤ ਕਰਨ ਨਾਲ ਹੋਇਆ ਸੀ ਤੇ ਉਸ ਮਨੁੱਖ ਨੂੰ ਕੁਦਰਤੀ ਵਰਤਾਰਿਆਂ ਬਾਰੇ ਬਹੁਤਾ ਗਿਆਨ ਨਹੀਂ ਸੀ, ਪਰ ਇੰਨਾ ਕੁ ਉਸ ਸਮੇਂ ਮਨੁੱਖ ਨੂੰ ਪਤਾ ਸੀ ਕਿ ਕੋਈ ਵੀ ਕਾਰਜ ਵਾਪਰਦਾ ਹੈ ਉਸ ਪਿੱਛੇ ਕੋਈ ਕਾਰਨ ਜ਼ਰੂਰ ਹੁੰਦਾ ਹੈ। ਇਹ ਸਮਝ ਲੱਗ ਚੁੱਕੀ ਸੀ। ਸੋ ਉਹ ਜਾਦੂ ਚਿੰਤਨ ਦਾ ਯੁੱਗ ਸੀ, ਉਸ ਯੁੱਗ ਦਾ ਆਰੰਭ ਸੀ ਜਦੋਂ ਮਨੁੱਖ ਹੈ ਜਿਹੜਾ ਉਹਨੂੰ ਵਿਗਿਆਨਕ ਸੋਝੀ ਕੋਈ ਨਹੀਂ ਸੀ, ਜਾਂ ਉਦੋਂ ਧਰਮ ਨਾਮ ਦੀ ਕੋਈ ਚੀਜ਼ ਨਹੀਂ ਸੀ, ਜਾਂ ਉਦੋਂ ਰੱਬ ਦਾ ਸੰਕਲਪ ਹੈ ਹੋਂਦ ਵਿੱਚ ਨਹੀਂ ਆਇਆ ਸੀ ਜਾਦੂ ਚਿੰਤਨ ਦੇ ਯੁੱਗ ਵਿੱਚ। ਇਸ ਪੜਾਅ ਵਿੱਚ ਜਿਹੜਾ ਮਨੁੱਖ ਸੀ ਉਸ ਨੂੰ ਅੱਗ, ਮੀਂਹ, ਹਵਾ ਆਦਿ ਜਿਹੜੀਆਂ ਸ਼ਕਤੀਆਂ ਸੀਗੀਆਂ ਉਹ ਲੱਗੀਆਂ ਵੀ ਇਹ ਸ਼ਕਤੀਆਂ ਨੇ, ਕੋਈ ਇਸ ਤਰ੍ਹਾਂ ਦੀ ਕੋਈ ਪਾਵਰ ਹੈ ਜਿਹੜੀ ਕਿ ਅੱਗ ਹੈ, ਮੀਂਹ ਹੈ, ਹਵਾ ਹੈ, ਤੇ ਇਹਨਾਂ ਦੇ ਅਸਲ ਕਾਰਨ ਨਹੀਂ ਪਤਾ ਸੀ ਵੀ ਅੱਗ ਜਿਹੜੀ ਕਿਵੇਂ ਬਲਦੀ ਹੈ ਜਾਂ ਕਿੱਥੋਂ ਪੈਦਾ ਹੁੰਦੀ ਹੈ, ਮੀਂਹ ਕਿਵੇਂ ਪੈਂਦਾ ਹੈ, ਹਵਾ ਜਿਹੜੀ ਕਿਉਂ ਵਗਦੀ ਹੈ। ਇਸ ਉਪਰੰਤ ਜਦੋਂ ਅਸੀਂ ਦੂਜੇ ਪੜਾਅ ਦੀ ਗੱਲ ਕਰਦੇ ਹਾਂ ਤਾਂ ਉਦੋਂ ਮਨੁੱਖ ਨੇ ਰੱਬ ਦੀ ਸੰਕਲਪਨਾ ਕੀਤੀ, ਰੱਬ ਨਾਮ ਹੈ ਜਿਹੜਾ ਉਹ ਹੋਂਦ ਵਿੱਚ ਆਇਆ। ਇਸ ਤਰ੍ਹਾਂ ਹੋਰ ਸਾਰੀਆਂ ਸ਼ਕਤੀਆਂ ਜਿਹੜੀਆਂ ਨੇ ਕੁਦਰਤੀ ਵਰਤਾਰੇ ਨੇ, ਸਾਰਿਆਂ ਦੀ ਵੱਡੀ ਤੋਂ ਵੱਡੀ ਸ਼ਕਤੀ ਉਹ ਰੱਬ ਹੀ ਮੰਨੀ ਗਈ। ਤਾਂ ਉਸ ਤੋਂ ਬਾਅਦ ਜਿਹੜਾ ਸਾਡੇ ਕੋਲ ਤੀਜਾ ਪੜਾਅ ਆਉਂਦਾ ਹੈ, ਉਹਦੇ ਵਿੱਚ ਵਿਗਿਆਨਕ ਯੁੱਗ ਦਾ ਜਿਹੜਾ ਤੀਜਾ ਪੜਾਅ ਹੈ, ਮਨੁੱਖ ਹਰ ਕੁਦਰਤੀ ਵਰਤਾਰੇ ਨੂੰ ਪਦਾਰਥਕ ਜਾਂ ਵਿਗਿਆਨਕ ਪੱਖ ਤੋਂ ਵੇਖਦਾ ਹੈ। ਤੇ ਪਰ ਅਸੀਂ ਵੇਖੀਏ ਤਾਂ ਅਸਲ ਵਿੱਚ ਅੱਜ ਵੀ ਜਾਦੂ, ਧਰਮ ਤੇ ਵਿਗਿਆਨ ਉੱਪਰ ਆਧਾਰਿਤ ਇਹਨਾਂ 3 ਤਰ੍ਹਾਂ ਦੇ ਸਮਾਜਿਕ ਪੜਾਵਾਂ ਦੇ ਲੱਛਣ ਸਾਨੂੰ ਵਰਤਮਾਨ ਵਿੱਚ ਵੀ ਮਿਲ ਜਾਂਦੇ ਨੇ। ਤੁਸੀਂ ਸੁਣਿਆ ਹੀ ਹੋਵੇਗਾ ਕਿ ਔਰਤ ਨੇ ਪੁੱਤਰ ਪ੍ਰਾਪਤੀ ਲਈ ਤਾਂਤਰਿਕ ਦੇ ਆਖੇ ਲੱਗ ਕੇ ਕੁੜੀ ਦੀ ਬਲੀ ਦੇ ਦਿੱਤੀ, ਜਾਂ ਟੂਣਾ, ਮੰਤਰ, ਝਾੜਾ, ਹਥੌੜਾ ਆਦਿ ਦੀ ਹੋਂਦ ਅੱਜ ਵੀ ਸਾਡੇ ਸਮਾਜ ਵਿੱਚ ਹੈ। ਜਿੱਥੇ ਅਸੀਂ ਰੱਬ ਉੱਪਰ ਇੰਨਾ ਵਿਸ਼ਵਾਸ ਕਰਦੇ ਹਾਂ, ਅਥਾਹ ਵਿਸ਼ਵਾਸ ਕਰਦੇ ਹਾਂ, ਨਾਲ ਹੀ ਅਸੀਂ ਵਿਗਿਆਨਕ ਖੋਜਾਂ ਵੱਲ ਵੀ ਸ਼ਾਇਦ ਯਕੀਨ ਰੱਖਦੇ ਹਾਂ। ਤੇ ਸਾਡੇ ਅੱਜ ਦੇ ਸਮੇਂ ਦੇ ਵਿੱਚ ਤਰਕਸ਼ੀਲ ਲੋਕ ਨੇ, ਜਿਹੜੇ ਵਿਗਿਆਨਕ ਢੰਗ ਨਾਲ ਸੋਚਣ ਵਾਲੇ ਲੋਕ ਨੇ, ਉਹ ਬਹੁਤ ਘੱਟ ਨੇ। ਅਸੀਂ ਜਿੱਥੇ ਡਾਕਟਰ ਕੋਲ ਦਵਾ ਲੈਣ ਜਾਂਦੇ ਹਾਂ ਉੱਥੇ ਹੀ ਰੱਬ ਦੇ ਕੋਲੋਂ ਦੁਆ ਵੀ ਮੰਗਦੇ ਹਾਂ ਤੇ ਇਲਾਜ ਭਾਲਦੇ ਹਾਂ। ਸੋ ਵਰਤਮਾਨ ਵਿੱਚ ਅਸੀਂ ਜਾਦੂ, ਧਰਮ, ਵਿਗਿਆਨ ਆਧਾਰਿਤ ਜਿਹੜਾ ਯੁੱਗ ਹੈ ਸਾਡਾ, ਜਿਹੜਾ ਇਹ ਵੀ ਨਾਲ ਦੀ ਨਾਲ ਚੱਲ ਰਿਹਾ ਹੈ। ਪਰ ਜਿਹੜੇ ਵਿਦਵਾਨਾਂ ਨੇ ਜੋ ਵੰਡ ਕੀਤੀ ਹੈ ਤੇ ਡਾਕਟਰ ਨਾਹਰ ਸਿੰਘ ਨੇ ਗੱਲ ਕੀਤੀ ਹੈ, ਉਹ ਹੈ ਜਾਦੂ ਦਾ ਯੁੱਗ ਪਹਿਲਾ, ਦੂਜਾ ਜਿਹੜਾ ਧਰਮ ਦਾ ਯੁੱਗ, ਤੇ ਤੀਜਾ ਵਿਗਿਆਨ ਦਾ ਯੁੱਗ ਜਿਹੜਾ ਵੰਡਿਆ ਹੋਇਆ ਤਿੰਨਾਂ 'ਚ। ਉਸ ਤੋਂ ਬਾਅਦ ਡਾਕਟਰ ਨਾਹਰ ਸਿੰਘ ਆਪਣੇ ਨਿਬੰਧ ਵਿੱਚ ਲਿਖਦਾ ਹੈ ਕਿ ਕਬੀਲੇ ਆਮ ਤੌਰ ਤੇ ਜਾਦੂ ਵਿੱਚ ਵਿਸ਼ਵਾਸ ਰੱਖਦੇ ਸਨ, ਜਿਨ੍ਹਾਂ ਦੁਆਰਾ ਪ੍ਰਾਸਰੀਕ ਸ਼ਕਤੀਆਂ ਦੀ ਹੋਂਦ ਬਾਰੇ ਕੀਤੇ ਜਾਂਦੇ ਵਿਸ਼ਵਾਸ ਨੂੰ ਆਦਮ ਕਲਾ ਦਾ ਨਾਮ ਦਿੱਤਾ ਜਾਂਦਾ ਸੀ। ਅਗਲੇ ਪੈਰੇ ਵਿੱਚ ਲੇਖਕ ਨੇ ਜਾਦੂ ਚਿੰਤਨ ਦੇ ਧਰਮ ਚਿੰਤਨ ਪੜਾਅ ਵਿੱਚ ਬਦਲਣ ਦੀ ਪ੍ਰਕਿਰਿਆ ਬਾਰੇ ਦੱਸਿਆ ਹੋਇਆ ਹੈ। ਉਸਨੇ ਲਿਖਿਆ ਹੈ ਕਿ ਜਿਵੇਂ ਜਿਵੇਂ ਮਨੁੱਖੀ ਸਮੂਹਾਂ ਦੇ ਕਬਾਇਲੀ ਸੰਗਠਨ ਜਾਦੂ ਚਿੰਤਨ ਦੀ ਥਾਵੇਂ ਧਰਮ ਚਿੰਤਨ ਨੂੰ ਆਪਣਾ ਆਧਾਰ ਬਣਾਉਂਦੇ ਹਨ, ਤਿਉਂ-ਤਿਉਂ ਜਾਦੂ ਧਾਰਾ ਦੀ ਥਾਵੇਂ ਲੋਕ ਧਾਰਾ ਲੈਂਦੀ ਜਾਂਦੀ ਹੈ। ਸੋ ਜਦੋਂ ਜਾਦੂ ਚਿੰਤਨ ਯੁੱਗ ਹੈ ਜਿਹੜਾ ਉਹ ਧਰਮ ਚਿੰਤਨ ਵਾਲੇ ਪਾਸੇ ਨੂੰ ਬਦਲਾਅ ਵਿੱਚ ਆਉਂਦਾ ਹੈ ਤਾਂ ਉਦੋਂ ਲੋਕ ਧਾਰਾ ਜਨਮ ਲੈਂਦੀ ਹੈ। ਇਹ ਲੇਖਕ ਦਾ ਕਥਨ ਹੈ। ਤੇ ਇਸ ਤਰ੍ਹਾਂ ਇਤਿਹਾਸਕ ਪ੍ਰਕਿਰਿਆ ਵਿੱਚ ਆਦਮ ਕਲਾਵਾਂ ਲੋਕ ਕਲਾਵਾਂ ਦੇ ਰੂਪਾਂ ਵਿੱਚ ਰੂਪਾਂਤਰਿਤ ਹੁੰਦੀਆਂ ਜਾਂਦੀਆਂ ਹਨ।
ਇਸ ਤਰ੍ਹਾਂ ਲੇਖਕ ਨੇ ਕਬਾਇਲੀ ਆਦਮ ਕਲਾ ਨੂੰ ਹੀ ਲੋਕ ਕਲਾਵਾਂ ਦੀ ਜਨਮਦਾਤੀ ਮੰਨਿਆ ਹੈ। ਇਸ ਤਰ੍ਹਾਂ ਲੋਕ ਨਾਚਾਂ ਦਾ ਜਨਮ ਵੀ ਆਦਮ ਨਾਚ ਵਿੱਚੋਂ ਹੀ ਹੋਇਆ ਦੱਸਿਆ ਗਿਆ ਹੈ। ਨਿਬੰਧ ਦੇ ਅਗਲੇ ਪੰਨੇ ਉੱਪਰ ਹੀ ਲੇਖਕ ਨੇ ਆਦਮ ਨਾਚਾਂ ਦੀ ਹੋਂਦ ਤੋਂ ਲੋਕ ਨਾਚਾਂ ਦੀ ਹੋਂਦ ਵਿੱਚ ਆਉਣ ਦੀ ਸੰਖੇਪ ਚਰਚਾ ਕੀਤੀ ਹੈ। ਉਸਨੇ ਦੱਸਿਆ ਹੈ ਕਿ ਆਦਮ ਨਾਚ ਵਿੱਚ ਵਰਤੀਆਂ ਨਾਚ ਮੁਦਰਾਵਾਂ, ਸੰਗੀਤ ਤੇ ਮੰਤਰਾਂ ਵਿੱਚੋਂ ਵੀ ਲੋਕ ਕਾਵਿ ਉਪਜਿਆ ਹੈ। ਇੱਥੋਂ ਹੀ ਲੋਕ ਨਾਚ ਉਪਜੇ ਹਨ। ਇਸ ਦੇ ਨਾਲ ਹੀ ਲੇਖਕ ਨੇ ਇਹ ਵੀ ਦੱਸਿਆ ਹੈ ਕਿ ਆਦਮ ਨਾਚ ਵਿੱਚ ਸ਼ਿਕਾਰ ਦੀ ਕਿਰਿਆ ਵੀ ਰੂਪਾਂਤਰਿਤ ਹੋਈ ਹੈ। ਇਸ ਦਾ ਭਾਵ ਇਹ ਹੈ ਕਿ ਜਦੋਂ ਆਦਮ ਕਬੀਲੇ ਨੇ ਜਿਸ ਪਸ਼ੂ ਦਾ ਸ਼ਿਕਾਰ ਕਰਨਾ ਹੁੰਦਾ ਸੀ ਤਾਂ ਉਹ ਰਲ ਕੇ ਜ਼ਮੀਨ ਦੇ ਉੱਪਰ ਵਾਹੇ ਉਸ ਕਲਪਿਤ ਪਸ਼ੂ ਦੇ ਚਿੱਤਰ ਦੁਆਲੇ, ਜਿਸ ਦਾ ਉਹਨੇ ਸ਼ਿਕਾਰ ਕਰਨਾ ਹੁੰਦਾ ਸੀ, ਉਸ ਦਾ ਚਿੱਤਰ ਪਹਿਲਾਂ ਜ਼ਮੀਨ ਤੇ ਵਾਹ ਲੈਂਦੇ ਸੀ ਤੇ ਉਸ ਦੇ ਦੁਆਲੇ ਉਹ ਸ਼ਿਕਾਰ ਕਰਨ ਦੀ ਮੁਦਰਾ ਵਿੱਚ ਨੱਚਦੇ ਹੁੰਦੇ ਸੀ। ਇਸੇ ਤਰ੍ਹਾਂ ਬਹੁਤ ਸਾਰੇ ਨਾਚਾਂ ਦੀਆਂ ਕਈ ਮੁਦਰਾਵਾਂ ਜਿਹੜੀਆਂ ਨੇ ਹੋਂਦ ਵਿੱਚ ਆਈਆਂ ਗਈਆਂ, ਮੰਨੀਆਂ ਗਈਆਂ ਨੇ, ਔਰ ਉਹ ਕਬੀਲਾ ਸ਼ਿਕਾਰ ਵਿੱਚ ਵੀ ਨਿਪੁੰਨ ਹੋ ਗਿਆ, ਜਿਸ ਨੂੰ ਜਾਦੂ ਟੂਣੇ ਦਾ ਰੂਪ ਵੀ ਅਸੀਂ ਮੰਨਦੇ ਹਾਂ। ਅੱਗੇ ਲੇਖਕ ਦੱਸਦਾ ਹੈ ਕਿ ਆਦਮ ਨਾਚ ਕਬੀਲੇ ਵੱਲੋਂ ਕਿਸੇ ਗੈਬੀ ਸੱਤਾ ਭਾਵ ਦੈਵੀ ਸ਼ਕਤੀ ਨੂੰ ਰਿਝਾਉਣ ਲਈ ਨਾਚ ਨੱਚਿਆ ਜਾਂਦਾ ਸੀ ਤੇ ਇਸ ਤਰ੍ਹਾਂ ਸਰੀਰਕ ਕਿਰਿਆਵਾਂ ਨਾਲ ਕਈ ਮੁਦਰਾਵਾਂ ਵੀ ਸੰਚਾਰ ਸਾਧਨ ਵਜੋਂ ਹੋਂਦ ਵਿੱਚ ਆਈਆਂ। ਇਹਨਾਂ ਮੁਦਰਾਵਾਂ ਉੱਪਰ ਉਹਨਾਂ ਨੂੰ ਇੰਨਾ ਵਿਸ਼ਵਾਸ ਸੀ ਕਿ ਕਿਸੇ ਵੀ ਸ਼ਕਤੀ ਨੂੰ ਵਸ ਵਿੱਚ ਕੀਤਾ ਜਾ ਸਕਦਾ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਨਾਚ ਤੇ ਸੰਗੀਤ ਭਾਵੇਂ ਸਾਡੇ ਭਾਵਾਂ ਅੰਦਰ ਇੱਕ ਉਤੇਜਨਾ ਪੈਦਾ ਕਰਦਾ ਹੈ, ਤਾਂ ਇਵੇਂ ਹੀ ਆਦਮ ਕਬੀਲੇ ਲਈ ਆਦਮ ਨਾਚ ਵੀ ਦੁੱਖ ਸਮੇਂ, ਰੋਸ ਜਾਂ ਖੁਸ਼ੀ ਸਮੇਂ ਚੜ੍ਹਦੀ ਕਲਾ ਵਿੱਚ ਹੋਣ ਦਾ ਸਾਧਨ ਸੀ, ਇੱਕ ਮਾਧਿਅਮ ਸੀ। ਅਗਲੇ ਪੈਰੇ ਵਿੱਚ ਲੇਖਕ ਨੇ ਆਦਮ ਨਾਚ ਨੂੰ ਕਿਰਤ ਨਾਲ ਜੋੜਿਆ ਹੈ। ਇਹ ਗੱਲ ਤੁਹਾਡੀ ਜਾਣਕਾਰੀ ਵਾਸਤੇ ਮੈਂ ਦੱਸ ਰਿਹਾ ਕਿ ਲੇਖਕ ਨੇ ਇਹੋ ਜਿਹੇ ਵਿਚਾਰ ਜਿਹੜੇ ਨੇ ਕਿ ਕਿਰਤ ਜਿਹੜੀ ਉਸ ਨੇ ਸਾਡੇ ਸਮਾਜ ਦੇ ਵਿੱਚ ਨਾਚ ਪੈਦਾ ਕੀਤੇ ਨੇ ਜਾਂ ਹੋਰ ਕਲਾਵਾਂ ਪੈਦਾ ਕੀਤੀਆਂ ਨੇ, ਉਹਨਾਂ ਵਿੱਚ ਵੀ ਕਿਰਤ ਦਾ ਯੋਗਦਾਨ ਹੈ, ਮਨੁੱਖ ਦੇ ਵਿਕਾਸ ਵਿੱਚ ਕਿਰਤ ਦਾ ਯੋਗਦਾਨ ਹੈ। ਤਾਂ ਇਹ ਇੱਕ ਫਰੈਡਰਿਕ ਇੰਗਲਜ਼ ਦਾ ਲਿਖਿਆ ਹੋਇਆ ਲੇਖ ਸੀ, ਬਾਂਦਰ ਤੋਂ ਮਨੁੱਖ ਤੱਕ ਦੇ ਵਿਕਾਸ ਵਿੱਚ ਕਿਰਤ ਵੱਲੋਂ ਪਾਇਆ ਯੋਗਦਾਨ। ਤਾਂ ਇਸ ਲੇਖ ਤੋਂ ਹੀ ਜਿਹੜਾ ਡਾਕਟਰ ਨਾਹਰ ਸਿੰਘ ਹੈ ਉਹ ਪ੍ਰੇਰਿਤ ਹੋ ਕੇ ਇਹ ਵਿਚਾਰ ਦੇ ਰਿਹਾ ਹੈ ਕਿ ਆਦਮ ਨਾਚ ਨੂੰ ਕਿਰਤ, ਖੇਡ ਅਤੇ ਪੂਜਾ ਦਾ ਸੁਮੇਲ ਉਸਨੇ ਕਿਹਾ ਹੈ। ਜਿਵੇਂ ਜਿਵੇਂ ਕਿਰਤ ਅਤੇ ਖੇਡ ਨਿਖਰਦੇ ਗਏ ਤਾਂ ਮਨੋਰੰਜਨ ਪੱਖ ਜਿਹੜਾ ਪੂਜਾ ਨਾਲੋਂ ਵਧਣ ਲੱਗਿਆ। ਲੇਖਕ ਦੱਸਦਾ ਹੈ ਕਿ ਆਦਮ ਕਲਾ ਵਿੱਚ ਕਵਿਤਾ, ਸੰਗੀਤ ਅਤੇ ਨਾਚ ਨੂੰ ਇੱਕ ਲੜੀ ਪਰੋਣ ਵਾਲਾ ਸਾਂਝਾ ਲੱਛਣ ਤਾਲ ਸੀ। ਸੋ ਤਾਲ ਹੈ ਜਿਹੜੀ ਇਹ ਕਵਿਤਾ ਵਿੱਚ, ਸੰਗੀਤ ਵਿੱਚ ਤੇ ਨਾਚ ਵਿੱਚ ਜਿਹੜੀ ਹੈ ਉਹ ਸ਼ਾਮਲ ਸੀ, ਇੱਕ ਸਾਂਝਾ ਲੱਛਣ ਜਿਹੜਾ ਉਹਨੇ ਦੱਸਿਆ ਹੋਇਆ ਹੈ। ਇਸ ਤਰ੍ਹਾਂ ਸਾਂਝੇ ਤੌਰ ਤੇ ਇੱਕਸਾਰ ਸਰੀਰਕ ਹਰਕਤਾਂ ਵਿੱਚੋਂ ਇਹਨਾਂ ਤਾਲ ਤੇ ਲੈਅ ਦਾ ਜਨਮ ਹੋਇਆ ਤੇ ਇਸ ਤਰ੍ਹਾਂ ਨਾਚ ਦੇ ਬੋਲ ਵੀ ਪੈਦਾ ਹੋਏ। ਬੋਲ ਭਾਵ ਬੋਲੀਆਂ, ਟੱਪੇ, ਮਾਹੀਏ, ਗੀਤ ਜਿਹੜੇ ਆ ਹੌਲੀ ਹੌਲੀ ਅਸੀਂ ਉਹਨਾਂ ਨੂੰ ਬੋਲਿਆ ਕਿਹਾ। ਨਾਚਾਂ ਵਿੱਚ ਵਧੇਰੇ ਕਾਵਿ-ਰੂਪ ਭਾਸ਼ਾ ਦੀ ਹੀ ਵਰਤੋਂ ਕੀਤੀ ਜਾਂਦੀ ਰਹੀ ਹੈ ਤੇ ਇਹ ਜਿਹੜਾ ਕਾਵਿ-ਰੂਪ ਭਾਸ਼ਾ ਦੇ ਵਿੱਚ ਜਿਹੜੀਆਂ ਬੋਲੀਆਂ ਹੁੰਦੀਆਂ ਸੀ, ਤੁਹਾਨੂੰ ਪਤਾ ਹੀ ਹੈ ਕਿ ਟੱਪੇ, ਮਾਹੀਏ ਬੋਲੀਆਂ ਇੱਕ ਕਾਵਿ-ਰੂਪ ਵਿੱਚ ਨੇ, ਉਹਨਾਂ ਵਿੱਚ ਬਕਾਇਦਾ ਲੈਅ ਹੈ, ਸੰਗੀਤ ਹੈ, ਤਾਲ ਹੈ ਔਰ ਇਹ ਰਵਾਨੀ ਹੈ। ਸੋ ਇਹ ਜਿਹੜੀ ਰਵਾਨੀ ਭਰੇ ਜਿਹੜੇ ਕਾਵਿ ਰੂਪ ਨੇ ਇਹ ਲੋਕ ਗੀਤ ਅਖਵਾਏ। ਇਸ ਤਰ੍ਹਾਂ ਲੋਕ ਗੀਤ ਤੇ ਲੋਕ ਨਾਚ ਵਿੱਚ ਤਾਲ ਮਹੱਤਵਪੂਰਨ ਰਹੀ ਹੈ। ਤਾਲ ਦੇ ਮਹੱਤਵ ਬਾਰੇ ਵੀ ਲੇਖਕ ਨੇ ਲਿਖਿਆ ਹੈ ਕਿ ਇਹ ਤਾਲ ਹੀ ਵਿਅਕਤੀ ਉਚਾਰਕ ਨੂੰ ਸਮੂਹ ਨਾਲ ਬੋਲ ਨੂੰ ਨਾਚ ਦੀ ਸਰੀਰਕ ਮੁਦਰਾ ਤੇ ਗਿੱਧੇ ਦੀ ਤਾੜੀ ਨਾਲ, ਬੋਲ ਨੂੰ ਲੋਕ ਖੇਡ ਨਾਲ, ਨਿੱਜੀ ਭਾਵਨਾ ਨੂੰ ਸਰਬ ਸਧਾਰਨ ਅਨੁਭਵ ਨਾਲ ਤੇ ਅੰਤਮ ਰੂਪ ਵਿੱਚ ਮਨੁੱਖ ਨੂੰ ਕਿਰਤੀ ਤੇ ਬ੍ਰਹਿਮੰਡ ਨਾਲ ਇੱਕ ਸੁਰ ਕਰਦੀ ਹੈ। ਸੋ ਇਹਨੇ ਤਾਲ ਦੀ ਮਹੱਤਤਾ ਜਿਹੜੀ ਹੈ ਉਹ ਦਰਸਾਈ ਆ ਹਰ ਇੱਕ ਪੱਖ ਵਿੱਚ, ਨਾਚ ਵਿੱਚ ਵੀ, ਗੀਤ ਗਾਇਨ ਵਿੱਚ ਵੀ, ਗਿੱਧੇ ਵਿੱਚ ਵੀ ਇਹ ਤਾਲ ਜਿਹੜੀ ਹੈ ਮਹੱਤਵਪੂਰਨ ਹੁੰਦੀ ਹੈ। ਤੁਹਾਨੂੰ ਪਤਾ ਹੈ ਕਿ ਔਰਤਾਂ ਜਿਹੜੀਆਂ ਗਿੱਧਾ ਪਾਉਂਦੇ ਵਕਤ ਜਦੋਂ ਤਾੜੀ ਮਾਰਦੀਆਂ ਨੇ ਤਾਂ ਇੱਕ ਤਾਲ ਜਿਹੜੀ ਹੈ ਉਹ ਨਿਰੰਤਰ ਇਕਸਾਰ ਜਿਹੜੀ ਆ ਉਹ ਇੱਕ ਸੁਰ ਹੋ ਕੇ ਉਹ ਚੱਲਦੀ ਹੈ। ਸੋ ਤਾਲ ਜਿਹੜਾ ਹੈ ਉਹ ਜਿਹੜੀ ਹੈ ਉਹ ਲੋਕ ਨਾਚ ਦਾ ਇੱਕ ਉਗੜਵਾਂ ਤੇ ਬੁਨਿਆਦੀ ਲੱਛਣ ਹੈ। ਅਗਲੇ ਪੈਰੇ ਵਿੱਚ ਲੇਖਕ ਨੇ ਸ਼੍ਰੇਣੀ ਸਮਾਜ ਦੀ ਹੋਂਦ ਵਿੱਚ ਆਉਣ ਉਪਰੰਤ ਜਾਦੂ ਦੀ ਥਾਂ ਧਰਮ ਦੁਆਰਾ ਲਏ ਜਾਣ ਤੇ ਲੋਕ ਨਾਚ ਦਾ ਸੰਬੰਧ ਧਰਮ ਨਾਲ ਜੁੜ ਜਾਣ ਬਾਰੇ ਦੱਸਿਆ ਹੈ। ਸੋ ਜਦੋਂ ਜਾਦੂ ਚਿੰਤਨ ਦਾ ਯੁੱਗ ਹੈ ਜਿਹੜਾ ਉਹ ਖਤਮ ਹੁੰਦਾ ਹੈ, ਉਸ ਦੀ ਥਾਂ ਧਰਮ ਚਿੰਤਨ ਦਾ ਯੁੱਗ ਹੈ ਜਿਹੜਾ ਉਹ ਲੈ ਲੈਂਦਾ ਹੈ,
ਤਾਂ ਉਸ ਸਮੇਂ ਬਹੁਤ ਸਾਰੇ ਜਿਹੜੇ ਜਾਦੂ ਚਿੰਤਨ ਦੀਆਂ ਰਹੁ ਰੀਤਾਂ ਸੰਸਕਾਰ ਨੇ ਉਹ ਸਾਰੇ ਜਿਹੜੇ ਉਹ ਕੁਝ ਬਦਲਵੇਂ ਰੂਪ ਵਿੱਚ ਤੇ ਕੁਝ ਸੰਭਾਲੇ ਗਏ, ਉਹ ਅੱਗੇ ਜਾ ਕੇ ਧਰਮ ਚਿੰਤਨ ਯੁੱਗ ਵਿੱਚ ਪ੍ਰਵੇਸ਼ ਕਰਦੇ ਨੇ। ਇਹਨਾਂ ਸੰਸਕਾਰਾਂ ਦੀ ਪਰੰਪਰਾ ਦੀ ਸੰਭਾਲ ਨੇ ਹੀ ਲੋਕ ਨਾਚਾਂ ਦੇ ਨਾਲ ਨਾਲ ਸ਼ਬਦ ਧੁਨੀਆਂ ਭਾਵ ਬਹੁਤ ਸਾਰੇ ਲੋਕ ਕਾਵਿ ਜਿਹੜੇ ਨੇ ਉਹ ਸਿਰਜੇ, ਜਿਵੇਂ ਸਿੱਠਣੀਆਂ, ਢੋਲੇ, ਮਾਹੀਏ, ਬੋਲੀਆਂ ਆ ਜਿਹੜੀਆਂ ਨੇ ਉਹ ਵੀ ਸਾਡੇ ਕੋਲ ਆਈਆਂ। ਲੋਕ ਨਾਚਾਂ ਦੇ ਨਾਲ ਨਾਲ ਸਾਡੇ ਕੋਲ ਇਹ ਲੋਕ ਕਾਵਿ ਜਿਹੜੇ ਨੇ ਟੱਪੇ, ਬੋਲੇ, ਢੋਲੇ, ਮਾਹੀਏ, ਬੋਲੀਆਂ ਇਹ ਸਾਰੇ ਜਿਹੜੇ ਉਹ ਵੀ ਸੰਭਾਲੀਆਂ ਗਈਆਂ। ਇਸ ਤਰ੍ਹਾਂ ਲੋਕ ਨਾਚ ਨੂੰ ਡਾਕਟਰ ਨਾਹਰ ਸਿੰਘ ਨੇ ਜਾਦੂ ਯੁੱਗ ਵਿਚਲੀ ਲੋਕ ਧਾਰਾ ਅਧੀਨ ਕਬੀਲੇ ਦੀਆਂ ਆਰਥਿਕ, ਸਮਾਜਿਕ ਤੇ ਮਾਨਸਿਕ ਲੋੜਾਂ ਵਜੋਂ ਪੈਦਾ ਹੋਇਆ ਦੱਸਿਆ ਹੈ, ਜਿਸ ਪਿੱਛੋਂ ਲੋਕ ਸਮੂਹ ਦੀ ਭਾਵਨਾ ਤੇ ਅਨੁਭਵ ਪ੍ਰਗਟਾ ਸ਼ਾਮਲ ਹਨ। ਸੋ ਇਸ ਤਰ੍ਹਾਂ ਜਿਹੜੇ ਕੋਈ ਵੀ ਹੈ, ਚਾਹੇ ਲੋਕ ਨਾਚ ਹੈ, ਚਾਹੇ ਉਹ ਲੋਕ ਗੀਤ ਹੈ, ਉਹ ਜਦੋਂ ਵੀ ਕੋਈ ਨੱਚਣ ਵਾਲਾ ਹੈ ਜਾਂ ਗਾਉਣ ਵਾਲਾ ਹੈ, ਉਸ ਕਬੀਲੇ ਜਾਂ ਲੋਕ ਸਮੂਹ ਦੀ ਭਾਵਨਾ ਜਾਂ ਉਸਦੀ ਆਰਥਿਕ ਸਥਿਤੀ ਜਾਂ ਉਹਦੀ ਸਮਾਜਿਕ ਸਥਿਤੀ ਜਾਂ ਉਹਦੀ ਮਾਨਸਿਕ ਸਥਿਤੀ ਜਿਹੜੀ ਹੈ ਉਹ ਪੇਸ਼ ਹੁੰਦੀ ਹੀ ਹੈ। ਸੋ ਇਸ ਪਿੱਛੇ ਉਹਦਾ ਪ੍ਰਗਟਾਅ ਵੀ ਨਾਲ ਨਾਲ ਹੋ ਜਾਂਦਾ ਹੈ। ਅਗਲੇ ਪੰਨੇ ਉੱਪਰ ਲੇਖਕ ਨੇ ਭਾਰਤ ਵਿੱਚ ਲੋਕ ਨਾਚਾਂ ਦੀ ਪੁਰਾਤਨ ਪਰੰਪਰਾ ਦਾ ਪਿਛੋਕੜ ਜਿਹੜਾ ਹੈ ਉਹ ਕਰੀਬ 3500 ਈਸਾ ਪੂਰਵ ਤੱਕ ਪੁਰਾਣਾ ਦੱਸਿਆ ਹੈ। ਲੇਖਕ ਦੱਸਦਾ ਹੈ ਕਿ ਪੰਜਾਬ ਵਿੱਚ ਆਰੀਨਾਂ ਦੇ ਆਉਣ ਤੋਂ ਪਹਿਲਾਂ ਨਾਚ ਪਰੰਪਰਾ ਮੌਜੂਦ ਸੀ, ਕਿਉਂਕਿ ਸਾਨੂੰ ਹੜੱਪਾ ਕਾਲ ਦੇ ਸਮੇਂ ਮੋਹਿੰਜੋਦੜੋ ਵਿੱਚ ਇੱਕ ਨਾਚੀ ਦਾ ਬੁੱਤ ਮਿਲਿਆ ਹੈ ਜੋ ਕਰੀਬ 3500 ਈਸਾ ਪੂਰਵ ਪੁਰਾਣਾ ਹੈ। ਇਸ ਤਰ੍ਹਾਂ ਹੀ ਲੇਖਕ ਦੱਸਦਾ ਹੈ ਕਿ ਸ਼ਿਵਜੀ ਜੋ ਮੂਲ ਰੂਪ ਵਿੱਚ ਦਰਾਵਿੜ ਦੇਵਤਾ ਹੈ, ਉਸ ਨੂੰ ਨਟਰਾਜ ਵੀ ਕਿਹਾ ਜਾਂਦਾ ਹੈ, ਜਿਸ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹ 108 ਪ੍ਰਕਾਰ ਦੇ ਜਿਹੜੇ ਤਾਂਡਵ ਨਾਚ ਮੁਦਰਾਵਾਂ ਨੇ ਜਿਹੜੀਆਂ 108 ਪ੍ਰਕਾਰ ਦੀਆਂ ਉਹ ਕਰ ਲੈਂਦਾ ਸੀ, ਨੱਚ ਲੈਂਦਾ ਸੀ। ਤੇ ਉਸ ਦੇ ਅਜਿਹੇ ਤਾਂਡਵ ਨਾਚ ਦੇ ਕੁਝ ਨਮੂਨੇ ਸਾਨੂੰ ਤਾਮਿਲਨਾਡੂ ਦੇ ਚਿਦੰਬਰਮ ਥਾਂ ਵਿੱਚ ਪੱਥਰਾਂ ਤੇ ਉਕਰੇ ਹੋਏ ਮਿਲ ਜਾਂਦੇ ਨੇ। ਇਸੇ ਤਰ੍ਹਾਂ ਹੀ ਸਾਨੂੰ ਅਜੰਤਾ ਤੇ ਅਲੋਰਾ ਦੀਆਂ ਮੂਰਤੀਆਂ ਤੋਂ ਵੀ ਅਜਿਹੇ ਸਬੂਤ ਮਿਲਦੇ ਨੇ, ਤੇ ਉੱਥੇ ਤੁਸੀਂ ਤਸਵੀਰਾਂ ਜਿਹੜੀਆਂ ਇਹਦੇ ਨਾਲ ਤੁਸੀਂ ਵੀਡੀਓ 'ਚ ਦੇਖ ਰਹੇ ਹੋ ਉੱਥੋਂ ਦੇਖ ਸਕਦੇ ਹੋ ਕਿ ਕਿਹੜੇ ਕਿਹੜੇ ਅਜੰਤਾ ਤੇ ਅਲੋਰਾ ਦੀਆਂ ਮੂਰਤੀਆਂ ਉਸ ਵੀ ਸਬੂਤ ਨੇ, ਸਾਡੇ ਕੋਲ ਗਵਾਹ ਨੇ। ਇਸ ਤਰ੍ਹਾਂ ਸਾਨੂੰ ਰਿਗਵੇਦ ਵਿੱਚੋਂ ਵੀ ਨਾਚਾਂ ਦਾ ਹਵਾਲਾ ਮਿਲਦਾ ਹੈ, ਜਿਵੇਂ ਊਸ਼ਾ ਨਾਂ ਦੀ ਇੱਕ ਨਾਚੀ ਜਿਹੜੀ ਉਹ ਬਹੁਤ ਮਸ਼ਹੂਰ ਉਹਦੇ ਵਿੱਚ ਮੰਨੀ ਗਈ ਆ। ਇਸੇ ਤਰ੍ਹਾਂ ਇੰਦਰ ਜਿਹੜਾ ਹੈ ਉਹ ਵੀ ਨੱਚਣ ਵਿੱਚ ਮੋਹਰੀ ਸੀ, ਨਚਾਰ ਕਹਿ ਲਓ ਜਾਂ ਮੋਹਰੀ ਸੀ ਨੱਚਣ ਦੇ ਵਿੱਚ। ਤੇ ਪਰ ਇੱਥੇ ਇਹ ਗੱਲ ਯਾਦ ਰੱਖਣ ਵਾਲੀ ਹੈ ਦੋਸਤੋ ਕਿ ਜਿਹੜਾ ਸ਼ਿਵ ਜੀ ਹੈ ਜਾਂ ਇੰਦਰ ਹੈ ਜਿਹਦੀ ਅਸੀਂ ਗੱਲ ਕਰ ਰਹੇ ਹਾਂ, ਦੇਵੀ ਦੇਵਤਿਆਂ ਦੀ ਗੱਲ ਕਰਦੇ ਹਾਂ, ਇਹ ਪ੍ਰਤੀਕ ਰੂਪ ਵਿੱਚ ਹੀ ਸਾਡੀ ਮਾਨਵੀ ਚੇਤਨਾ ਦਾ ਹਿੱਸਾ ਬਣ ਚੁੱਕੇ ਹਨ। ਤੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਮਿਥਿਹਾਸ ਦੇ ਹਵਾਲੇ ਵਿੱਚੋਂ ਹੀ ਸਾਨੂੰ ਜਿਹੜੀਆਂ ਮਿਲਦੀਆਂ ਨੇ, ਵੱਖ-ਵੱਖ ਸਰੋਤਾਂ ਤੋਂ ਉਹ ਜੋ ਮਿਲਦੀਆਂ ਨੇ ਉਹ ਮਿਥਿਹਾਸਕ ਨੇ ਵਧੇਰੇ, ਔਰ ਕੁਝ ਯਥਾਰਥਕ ਨੇ। ਜਿਹੜੀਆਂ ਗੱਲਾਂ ਜੋ ਵਾਪਰ ਸਕਦੀਆਂ ਨੇ ਗੱਲਾਂ ਉਹ ਯਥਾਰਥਕ ਨੇ, ਪਰ ਕੁਝ ਚੀਜ਼ਾਂ ਨਹੀਂ ਵਾਪਰ ਸਕਦੀਆਂ, ਉਹ ਮਿਥਿਹਾਸਕ ਨੇ ਜਾਂ ਪ੍ਰਤੀਕ ਵਜੋਂ ਹੀ ਮੰਨੀਆਂ ਜਾਂਦੀਆਂ ਨੇ। ਇਹ ਗੱਲ ਸਾਰਿਆਂ ਨੇ ਸਮਝ ਕੇ ਚੱਲਣੀ ਹੈ। ਇਤਿਹਾਸ ਤੇ ਮਿਥਿਹਾਸ ਦਾ ਇੱਕ ਵੱਡਾ ਫਰਕ ਹੁੰਦਾ। ਕਾਵਿ ਦੇ ਵਿੱਚ ਸਾਡੇ ਕੋਲ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ ਉਹ ਜਿਹੜੀਆਂ ਪ੍ਰਤੀਕ ਰੂਪ ਵਿੱਚ ਹੀ, ਮੈਟਾਫਰ ਰੂਪ ਵਿੱਚ ਹੀ ਸਾਡੇ ਕੋਲ ਆਉਂਦੀਆਂ ਨੇ। ਤਾਂ ਲੇਖਕ ਜਿਹੜਾ ਆਪਣੇ ਇਸ ਨਿਬੰਧ ਵਿੱਚ ਅੱਗੇ ਦੱਸਦਾ ਹੈ ਕਿ ਰਿਗਵੇਦ ਤੋਂ ਇਲਾਵਾ ਸਾਮਵੇਦ ਗ੍ਰੰਥ ਜਿਹੜਾ ਹੈ ਉਸ ਵਿੱਚ ਵੀ ਨਾਚਾਂ ਬਾਰੇ ਦੱਸਿਆ ਗਿਆ ਹੈ। ਨਾਚਾਂ ਵਿੱਚ ਨਿਖੇੜਾ ਕੀਤਾ ਗਿਆ ਹੈ। ਜੋ ਵੇਦ ਮੰਤਰਾਂ ਦੇ ਨਿਰਦੇਸ਼ਨ ਅਧੀਨ ਨਿਯਮਾਂ ਦੀ ਪਾਲਣਾ ਕਰਕੇ ਨੱਚਿਆ ਜਾਂਦਾ ਨਾਚ ਸੀ, ਉਸ ਨੂੰ ਸਾਮਵੇਦ ਗ੍ਰੰਥ ਵਿੱਚ ਮਾਰਗੀ ਕਿਹਾ ਗਿਆ ਹੈ। ਸੋ ਸਾਮਵੇਦ ਦੇ ਨਿਯਮਾਂ ਦੇ ਮਾਰਗ ਉੱਪਰ ਚੱਲਣ ਵਾਲਾ, ਸੋ ਉਸ ਨੇਮ ਤੋਂ ਬਾਹਰ ਨਹੀਂ ਹੋ ਸਕਦਾ। ਜਿਹੜਾ ਨਾਚ ਹੈ ਬਾਹਰ ਨਹੀਂ ਜਾ ਸਕਦਾ, ਉਹਦੇ ਜਿਹੜੇ ਨਿਰਧਾਰਤ ਨੇਮ ਨੇ ਉਹ ਦੇ ਆਧਾਰ ਤੇ ਹੀ, ਵੇਦਾਂ ਮੰਤਰਾਂ ਦੇ ਆਧਾਰ ਤੇ ਹੀ ਉਹਨੂੰ ਪਾਲਣ ਕਰਨਾ ਪਏਗਾ। ਉਹ ਮਾਰਗੀ ਨਾਚ ਹੁੰਦੇ ਨੇ। ਪਰ ਜਿਹੜੇ ਨਾਚ ਦੂਜੀ ਕਿਸਮ ਦੇ ਨੇ, ਜਿਵੇਂ ਖੇਤਰ, ਸਮੇਂ ਤੇ ਸਥਿਤੀ ਅਨੁਸਾਰ ਬਦਲ ਸਕਦੇ ਨੇ, ਉਹਨਾਂ ਨੂੰ ਦੇਸੀ ਕਿਹਾ ਗਿਆ। ਸੋ ਸਾਮਵੇਦ ਜਿਹੜਾ ਗ੍ਰੰਥ ਹੈ, ਜੋ ਵੇਦ ਹੈ ਇੱਕ ਸਾਡਾ ਚਾਰਾਂ ਵੇਦਾਂ ਦੇ ਵਿੱਚ, ਉਸ ਵਿੱਚ ਨਾਚਾਂ ਦੀਆਂ ਕਿਸਮਾਂ ਦੱਸੀਆਂ ਨੇ, ਮਾਰਗੀ ਤੇ ਦੇਸੀ। ਦੇਸੀ ਜਿਹੜੇ ਨੇ ਉਹਨਾਂ ਵਿੱਚੋਂ ਹੀ ਸਾਡੇ ਲੋਕ ਨਾਚ ਬਣੇ ਨੇ। ਮਾਰਗੀ ਵਿੱਚੋਂ ਜਿਹੜੇ ਕਲਾਸਿਕ ਡਾਂਸ ਨੇ, ਕਲਾਸਿਕ ਨਾਚ ਨੇ, ਜਿਹੜੇ ਸਾਡੇ ਕੋਲ ਕਲਾਸੀਕਲ
ਡਾਂਸ ਵੀ ਕਹਿੰਦੇ ਨੇ ਜਾਂ ਕਲਾਸੀਕਲ ਨਾਚ, ਉਹ ਆਏ ਨੇ। ਸੋ ਇਸ ਤਰ੍ਹਾਂ ਲੇਖਕ ਨੇ ਵੀ ਦੱਸਿਆ ਕਿ ਅੱਜ ਦੇ ਕਬਾਇਲੀ ਨਾਚਾਂ ਦਾ ਸੰਬੰਧ ਯਜੁਰਵੇਦ ਦੀਆਂ ਰਹੁ ਰੀਤਾਂ ਨਾਲ ਵੀ ਹੈ। ਸੋ ਯਜੁਰਵੇਦ ਵੀ ਸਾਡੇ ਕੋਲ ਇੱਕ ਗ੍ਰੰਥ ਹੈ, ਵੇਦ ਹੈ ਇੱਕ, ਔਰ ਲੇਖਕ ਨੇ ਮਹਾਂਭਾਰਤ ਤੇ ਰਾਮਾਇਣ ਵਿਚਲੇ ਸਮਾਜ ਵਿੱਚ ਵੀ ਨਾਚ ਦੀ ਅਹਿਮੀਅਤ ਤੇ ਸੰਜਮਤਾ ਬਾਰੇ ਦੱਸਿਆ ਹੈ ਕਿ ਮਹਾਂਭਾਰਤ ਵਿੱਚ ਇੱਕ ਨਟ ਸ਼ਬਦ ਦਾ ਪ੍ਰਯੋਗ ਹੋਇਆ ਹੈ, ਤੇ ਨਟ ਸ਼ਬਦ ਦਾ ਅਰਥ ਹੈ ਕਿ ਜਿਹੜਾ ਇੱਕ ਖਾਸ ਇੱਕ ਨੱਚਣ ਵਾਲਾ ਨਚਾਰ ਵਿਅਕਤੀ ਜਿਹੜਾ ਕਿੱਤਾ ਹੀ ਹੁੰਦਾ ਸੀ ਕਿ ਨੱਚਣਾ, ਨਾਚ ਪੇਸ਼ ਕਰਨਾ ਤੇ ਲੋਕਾਂ ਦਾ ਮਨੋਰੰਜਨ ਕਰਨਾ ਨੱਚ ਕੇ। ਤੇ ਇਹ ਇਸ ਤੋਂ ਬਿਨਾਂ ਸਾਡੇ ਕੋਲ 2500 ਸਾਲ ਪਹਿਲਾਂ ਇੱਕ ਪਾਣਿਨੀ ਰਿਸ਼ੀ ਦੁਆਰਾ ਵਿਆਕਰਨ ਗ੍ਰੰਥ ਰਚਿਆ ਗਿਆ ਸੀ, ਜਿਸ ਦਾ ਨਾਮ ਸੀ ਅਸ਼ਟਾਧਿਆਏ। ਅਸ਼ਟਾਧਿਆਏ। ਤੇ ਇਸ ਤੋਂ ਬਿਨਾਂ ਵਾਤਸਾਇਨ ਰਿਸ਼ੀ ਦਾ ਇੱਕ ਗ੍ਰੰਥ ਕਾਮ ਸੂਤਰ ਜਿਹੜਾ ਲਿਖਿਆ ਗਿਆ ਸੀ, ਉਹਨਾਂ ਵਿੱਚ ਵੀ ਵੱਖ-ਵੱਖ ਤਰ੍ਹਾਂ ਦੇ ਨਚਾਰਾਂ ਤੇ ਉਹਨਾਂ ਦੇ ਕਿੱਤਿਆਂ ਦੇ ਨਾਮ ਗਣਾਏ ਗਏ ਨੇ। ਤੁਸੀਂ ਬੱਚੋ ਇਹ ਸੁਣਿਆ ਹੀ ਹੋਏਗਾ ਕਿ ਰੰਭਾ, ਮੇਨਕਾ, ਅਹਲਿਆ, ਅਪਸਰਾਵਾਂ ਜਿਹੜੀਆਂ ਸੀਗੀਆਂ ਪੁਰਾਣੇ ਸਮੇਂ ਵਿੱਚ, ਭਾਵ ਉਹ ਸਾਰੀਆਂ ਨਾਚੀਆਂ ਹੀ ਸੀ, ਨਚਾਰ ਸੀਗੀਆਂ, ਜੋ ਵੱਖ-ਵੱਖ ਧਾਰਮਿਕ ਮੰਤਵਾਂ ਉੱਪਰ, ਸਮਾਗਮਾਂ ਉੱਪਰ, ਮੌਕਿਆਂ ਉੱਪਰ ਨੱਚਦੀਆਂ ਸੀ। ਇਸ ਤਰ੍ਹਾਂ ਕਈ ਮਿੱਥਾਂ ਤੋਂ ਸਾਨੂੰ ਪੁਰਾਣੇ ਸਮੇਂ ਵਿੱਚ ਪ੍ਰਚਲਿਤ ਨਾਚਾਂ ਦਾ ਵੀ ਜ਼ਿਕਰ ਮਿਲਦਾ ਹੈ। ਲੇਖਕ ਨੇ ਦੱਸਿਆ ਹੈ ਕਿ ਅਰਜਨ ਦੁਆਰਾ ਜਿਵੇਂ ਚਿੱਤਰਸੈਨ ਤੋਂ ਨਾਚ ਸਿੱਖਣ ਦੀ ਕਲਾ ਸਿੱਖੀ ਸੀ, ਤੇ ਉਸ ਤੋਂ ਬਾਅਦ ਅੱਗੇ ਵਿਰਾਟ ਰਾਜੇ ਦੀ ਰਾਜਕੁਮਾਰੀ ਉੱਤਰਾ ਨੂੰ ਨਾਚ ਸਿਖਾਇਆ ਸੀਗਾ ਅਰਜਨ ਨੇ। ਤਾਂ ਉਹ ਇੱਕ ਇਹ ਸਾਨੂੰ ਮਿੱਥ ਮਿਲਦੀ ਹੈ ਜਿਹਦੇ ਵਿੱਚ ਇਹ ਗੱਲ ਸਾਹਮਣੇ ਆਉਂਦੀ ਹੈ। ਇਸ ਤੋਂ ਬਿਨਾਂ ਸਾਨੂੰ ਮਹਾਂਭਾਰਤ ਕਾਲ ਦੇ ਵਿੱਚ ਵੀ ਨਾਚ ਕਲਾ ਦੇ ਰਾਜ ਦਰਬਾਰਾਂ ਵਿੱਚ ਪ੍ਰਚਲਿਤ ਹੋਣ ਦੇ ਹਵਾਲੇ ਮਿਲਦੇ ਨੇ। ਅੱਗੇ ਲੇਖਕ ਨੇ ਅੱਜ ਤੋਂ ਕਰੀਬ 2000 ਸਾਲ ਪਹਿਲਾਂ ਭਰਤ ਮੁਨੀ ਦੁਆਰਾ ਲਿਖੇ ਗਏ ਗ੍ਰੰਥ ਨਾਟਯ ਸ਼ਾਸਤਰ, ਨਾਟਯ ਸ਼ਾਸਤਰ ਵਿੱਚ ਇਹ ਜ਼ਿਕਰ ਕੀਤਾ ਹੈ ਕਿ ਨਾਚ ਕਲਾ ਦੀਆਂ ਕਲਾਸੀਕਲ ਨਾਚ ਮੁਦਰਾਵਾਂ ਕਿਹੜੀਆਂ-ਕਿਹੜੀਆਂ ਹਨ। ਤੇ ਉਸ ਵਿੱਚ ਜਿਵੇਂ ਉਸ ਸਮੇਂ ਮੰਦਰਾਂ ਵਿੱਚ ਦੇਵਦਾਸੀਆਂ ਦੀ ਇੱਕ ਪ੍ਰਥਾ ਸੀਗੀ ਕਿ ਉਹ ਮੰਦਰਾਂ ਵਿੱਚ ਨੱਚਣਗੀਆਂ, ਧਾਰਮਿਕ ਸਥਾਨਾਂ ਤੇ ਨੱਚਣਗੀਆਂ ਭਗਵਾਨ ਦੀ ਮੂਰਤੀ ਅੱਗੇ, ਉਹ ਪ੍ਰਚਲਿਤ ਹੋ ਚੁੱਕੀ ਸੀ, ਸਥਾਪਿਤ ਹੋ ਚੁੱਕੀ ਸੀ। ਅੱਗੇ ਲੇਖਕ ਇਹ ਵੀ ਸਪਸ਼ਟ ਕਰਦਾ ਹੈ ਕਿ ਮੰਦਰਾਂ ਵਿੱਚ ਨੱਚੇ ਜਾਂਦੇ ਨਾਚ ਕਲਾਸੀਕਲ ਸਨ, ਜਿਨ੍ਹਾਂ ਨੂੰ ਉਹ ਮਾਰਗੀ ਕਹਿੰਦਾ ਹੈ, ਪਹਿਲਾਂ ਵੀ ਆਪਾਂ ਗੱਲ ਕੀਤੀ ਆ। ਔਰ ਦੇਸੀ ਜਿਹੜੇ ਨਾਚ ਨੇ ਉਹ ਲੋਕ ਨਾਚ ਨੇ, ਜੋ ਕਲਾਸੀਕਲ ਨਾਚਾਂ ਤੋਂ ਬਿਲਕੁਲ ਭਿੰਨ ਨੇ। ਔਰ ਜਿਹੜੇ ਕਲਾਸੀਕਲ ਨਾਚ ਤੇ ਲੋਕ ਨਾਚ ਵੱਖ-ਵੱਖ ਨਾਚ ਪਰੰਪਰਾਵਾਂ ਹਨ, ਉਹਨਾਂ ਬਾਰੇ ਸਾਡੇ ਕੋਲ ਜਿਹੜੇ ਪੁਰਾਣੇ ਗ੍ਰੰਥ ਨੇ ਉਹਨਾਂ ਵਿੱਚ ਕੁਝ ਹਵਾਲਾ ਮਿਲਦਾ ਹੈ, ਜਿਸ ਬਾਰੇ ਲੇਖਕ ਨੇ ਇਸ ਨਿਬੰਧ ਵਿੱਚ ਕਾਫੀ ਚਰਚਾ ਕੀਤੀ ਹੈ ਕਿ ਕਲਾਸੀਕਲ ਨਾਚ ਤੇ ਲੋਕ ਨਾਚ ਵਿੱਚ ਕੀ ਫਰਕ ਨੇ। ਲੇਖਕ ਇਹ ਵੀ ਦੱਸਦਾ ਹੈ ਕਿ ਜਿਹੜੇ ਨਾਟਯ ਸ਼ਾਸਤਰ ਗ੍ਰੰਥ ਹੈ ਭਰਤ ਮੁਨੀ ਦਾ, ਉਸ ਗ੍ਰੰਥ ਨੇ ਸਾਨੂੰ ਜਿਹੜੇ ਨਾਚ ਸੀਗੇ, ਖਾਸ ਤੌਰ ਤੇ ਕਲਾਸੀਕਲ ਨਾਚ ਨੇ, ਉਹਨਾਂ ਦੇ ਸਿਧਾਂਤਕ ਨੇਮ ਨੇ ਜਿਹੜੇ ਉਹ ਸਾਨੂੰ ਇੱਕ ਗ੍ਰੰਥ ਦੇ ਵਿੱਚ, ਇਸ ਪੁਸਤਕ ਦੇ ਵਿੱਚ ਦਿੱਤੇ ਨੇ। ਸੋ ਇਸ ਕਰਕੇ ਸਾਡੇ ਕੋਲ ਇਹ ਨੇਮ ਬੱਝ ਗਏ ਕਿ ਇਹੀ ਜਿਹੜੇ ਨੇਮ ਨੇ, ਜਿਵੇਂ ਨਚਾਰ ਦਾ ਪਹਿਰਾਵਾ, ਉਹਦੇ ਦੁਆਰਾ ਕੀਤੇ ਜਾਂਦੇ ਅਲੱਗ-ਅਲੱਗ ਇਸ਼ਾਰੇ, ਹਰਕਤਾਂ, ਬੋਲ ਜਾਂ ਉਹਦੀਆਂ ਅਦਾਵਾਂ ਜਿਹੜੀਆਂ ਨੇ, ਉਹ ਸਾਰਿਆਂ ਦਾ ਅਧਿਐਨ ਇਸ ਨਾਟਯ ਸ਼ਾਸਤਰ ਗ੍ਰੰਥ ਵਿੱਚ ਭਰਤ ਮੁਨੀ ਨੇ ਸਾਨੂੰ ਦਿੱਤਾ ਹੋਇਆ। ਸੋ ਇਸ ਤਰ੍ਹਾਂ ਜਿਹੜੇ ਸਾਡੇ ਇਸ ਗ੍ਰੰਥ ਤੋਂ ਬਾਅਦ ਇਹ ਜਿਹੜੇ ਕਲਾਸੀਕਲ ਨਾਚ ਨੇ ਉਹਨਾਂ ਦਾ ਇੱਕ ਵਿਸ਼ੇਸ਼ ਰੁਤਬਾ, ਇੱਕ ਵਿਸ਼ੇਸ਼ ਉਹਨਾਂ ਦੀ ਜਿਹੜੀ ਸਥਾਪਤੀ ਹੈ ਉਹ ਹੋ ਜਾਂਦੀ ਹੈ। ਸੋ ਇਸ ਤਰ੍ਹਾਂ ਸਾਡੇ ਕੋਲ ਅੱਗੇ ਲੇਖਕ ਨੇ ਦੱਸਿਆ ਹੈ ਕਿ ਕਲਾਸੀਕਲ ਤੇ ਲੋਕ ਨਾਚ ਵਿੱਚ ਕੀ ਭਿੰਨਤਾ ਹੈ। ਤੇ ਇਹ ਭਿੰਨਤਾ ਦੱਸਦੇ ਹੋਏ ਉਹ ਲਿਖਦਾ ਹੈ ਕਿ ਕਲਾਸੀਕਲ ਨਾਚ ਧਰਮ ਦੀ ਰੂੜ ਚੇਤਨਾ ਕਾਰਨ ਪਰੰਪਰਾ ਮੁਖ ਹਨ, ਤੇ ਇਹਨਾਂ ਦਾ ਮੁੱਖ ਬਲ ਪਰੰਪਰਾ ਨੂੰ ਪੇਸ਼ ਕਰਨ ਉੱਪਰ ਹੀ ਰਿਹਾ ਹੈ। ਇਸ ਦੇ ਨਾਲ ਹੀ ਇਹ ਰੂਪ ਮੁਖ ਹਨ, ਭਾਵ ਨਾਚ ਦੀਆਂ ਬੰਦਸ਼ਾਂ ਲਾਗੂ ਰਹਿੰਦੀਆਂ ਹਨ, ਤੇ ਕੋਈ ਵੀ ਪਹਿਰਾਵੇ, ਮੁਦਰਾ, ਅਦਾ ਆਦਿ ਵਿੱਚ, ਬੋਲ ਆਦਿ ਵਿੱਚ ਕੋਈ ਬਹੁਤਾ ਪਰਿਵਰਤਨ ਹੈ ਉਹ ਨਚਾਰ ਆਪਣੇ ਆਪ ਨਹੀਂ ਕਰ ਸਕਦਾ। ਇਹ ਨਾਚ ਇੱਕ ਵਿਸ਼ੇਸ਼ ਨਚਾਰ ਜਾਂ ਵਿਅਕਤੀ ਵੱਲੋਂ ਧਾਰਮਿਕ ਰਸਮ ਵਜੋਂ ਹੀ ਕੀਤਾ ਜਾਂਦਾ ਹੈ। ਪਰ ਲੋਕ ਨਾਚਾਂ ਵਿੱਚ ਕਲਾਸੀਕਲ ਨਾਚ ਤੋਂ ਕਾਫੀ ਭਿੰਨਤਾ ਸਾਨੂੰ ਮਿਲਦੀ ਆ। ਉਸ ਵਿੱਚ ਨਾ ਤਾਂ ਸਾਨੂੰ ਲੋਕ ਨਾਚਾਂ ਵਿੱਚ ਕਰੜਾਈ ਹੈ ਮਿਲਦੀ, ਨਾ ਹੀ ਕਿਸੇ ਧਾਰਮਿਕ ਰਸਮ ਨਾਲ ਸੰਬੰਧਿਤ ਹੁੰਦੇ ਹਨ, ਤੇ ਨਾ ਹੀ ਇੱਕ ਵਿਸ਼ੇਸ਼ ਵਿਅਕਤੀ ਹੀ ਨਾਚ ਕਰਦਾ ਹੈ, ਬਲਕਿ ਸਾਰੇ ਲੋਕ ਸਮੂਹ ਇਕੱਠੇ ਲੋਕ ਆਪਣੇ ਨਾਚ ਕਰਦੇ ਹਨ ਤਾਂ ਉਹ ਖੁੱਲ੍ਹ ਕੇ ਆਪਣੇ ਭਾਵ ਵੀ ਪ੍ਰਗਟ ਕਰਦੇ ਹਨ,
ਪਰ ਜਿਹੜੀ ਕਲਾਸੀਕਲ ਨਾਚ ਵਿੱਚ ਨੱਚ ਰਹੀ ਇੱਕ ਨਾਚੀ ਹੈ ਜਾਂ ਨਚਾਰ ਹੈ, ਉਹ ਇਹ ਬੰਦਸ਼ ਵਿੱਚ ਰਹਿ ਕੇ ਹੀ ਨੱਚਦਾ ਹੈ ਤੇ ਉਹਦੀ ਆਪਣੇ ਜਿਹੜੇ ਮਨੋਭਾਵ ਨੇ ਖੁੱਲ੍ਹ ਕੇ ਉਹ ਆਪਣੇ ਭਾਵ ਪੇਸ਼ ਨਹੀਂ ਕਰ ਰਿਹਾ ਹੁੰਦਾ, ਇੱਥੋਂ ਤੱਕ ਕਿ ਉਹਨੂੰ ਦੂਜਿਆਂ ਦੇ ਭਾਵ ਹੀ ਪੇਸ਼ ਕਰਨੇ ਪੈਂਦੇ ਨੇ, ਜਿਸ ਬਾਰੇ ਅਸੀਂ ਅੱਗੇ ਗੱਲ ਵੀ ਕਰਾਂਗੇ। ਇੱਥੇ ਅੱਗੇ ਲੇਖ ਦੱਸਦਾ ਹੈ ਕਿ ਹੋਰ ਵੀ ਭਿੰਨਤਾਵਾਂ ਜਿਹੜੀਆਂ ਨੇ ਕਿ ਕਲਾਸੀਕਲ ਨਾਚ ਦੀਆਂ ਵੰਨਗੀਆਂ, ਸ਼ੈਲੀਆਂ ਤੇ ਰੂਪ ਦਾ ਆਧਾਰ ਤੇ ਲੋਕ ਨਾਚਾਂ ਦਾ ਜਿਹੜਾ ਆਧਾਰ ਹੈ ਉਹ ਖਿੱਤਿਆਂ, ਕਬੀਲਿਆਂ, ਜਾਤ, ਉਮਰ, ਸਮਾਜਿਕ ਮੌਕਿਆਂ ਉੱਪਰ ਆਧਾਰਿਤ ਹੋਣ ਦੀਆਂ ਭਿੰਨਤਾਵਾਂ ਵੀ ਦੱਸੀਆਂ ਨੇ। ਤੇ ਲੇਖਕ ਨੇ ਇਹ ਵੀ ਦੱਸਿਆ ਕਿ ਸਮੇਂ ਦੀ ਤਬਦੀਲੀ ਕਾਰਨ ਲੋਕ ਨਾਚਾਂ ਵਿੱਚ ਪੇਸ਼ਕਾਰੀ ਜਿਹੜੀ ਹੈ ਉਹ ਤਾਂ ਭਾਵੇਂ ਬਦਲ ਚੁੱਕੀ ਹੈ, ਪਰ ਕਬਾਇਲੀ ਨਾਚਾਂ ਦੇ ਤੱਤ ਤੇ ਰੂੜੀਆਂ ਹਾਲੇ ਵੀ ਸਾਨੂੰ ਮਿਲ ਜਾਂਦੀਆਂ ਨੇ। ਜਿਵੇਂ ਅਸੀਂ ਦੇਖ ਸਕਦੇ ਹਾਂ ਕਿ ਕਈ ਜਿਹੜੇ ਪੰਜਾਬੀ ਲੋਕ ਨੇ ਉਹ ਨਾਚ ਨੱਚਦੇ ਹੋਏ ਪੰਛੀਆਂ, ਜਾਨਵਰਾਂ ਦੀਆਂ ਆਵਾਜ਼ਾਂ ਦੀ ਨਕਲ ਕਰਦੇ ਨੇ, ਜਾਂ ਇਸ ਤਰ੍ਹਾਂ ਦਾ ਦੁਹੱਥੜ ਮਾਰਦੇ ਨੇ, ਜਾਂ ਇਸ ਤਰ੍ਹਾਂ ਇਸ਼ਾਰੇ ਕਰਦੇ ਨੇ। ਉਹ ਸਾਰੇ ਜਿਹੜੇ ਸਾਡੇ ਉਹ ਲੋਕ ਨਾਚ ਵਿਚਲੀ ਪੁਰਾਣੀ ਸਾਡੀ ਪਰੰਪਰਾ ਹੈ, ਕਬਾਇਲੀ ਤੱਤ ਨੇ, ਜਿਹੜੇ ਕਬਾਇਲੀ ਨਾਚ ਦੇ ਤੱਤ ਨੇ ਜਾਂ ਆਦਮ ਨਾਚ ਦੇ ਜੋ ਤੱਤ ਨੇ, ਉਹਨੂੰ ਹੀ ਪੇਸ਼ ਕਰ ਰਹੇ ਨੇ, ਜਿਹੜੇ ਕਿਸੇ ਵੇਲੇ ਜਾਦੂ ਚਿੰਤਨ ਦੇ ਯੁੱਗ ਵਿੱਚ ਹੁੰਦੇ ਸੀਗੇ। ਇਸ ਤਰ੍ਹਾਂ ਲੇਖਕ ਨੇ ਕਲਾਸੀਕਲ ਤੇ ਲੋਕ ਨਾਚਾਂ ਵਿੱਚ ਨਾਚ ਪੇਸ਼ਕਾਰਾਂ ਦੀ ਸਥਿਤੀ, ਨਾਚ ਦੇ ਪ੍ਰਯੋਜਨ ਤੇ ਨਿਭਾਓ ਸੰਦਰਭ ਦੇ 3 ਪੱਖਾਂ ਤੋਂ ਬੁਨਿਆਦੀ ਅੰਤਰ ਦੱਸੇ ਨੇ। ਲੇਖਕ ਨੇ ਪਹਿਲਾਂ ਦੱਸੀਆਂ ਭਿੰਨਤਾਵਾਂ ਤੋਂ ਇਲਾਵਾ ਇਹ ਵੀ ਦੱਸਿਆ ਹੈ ਕਿ ਜਿਹੜਾ ਨਚਾਰ ਹੈ, ਜਿਵੇਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ, ਉਹ ਗੱਲ ਅੱਗੇ ਲੇਖਕ ਨੇ ਆਪਣੇ ਨਿਬੰਧ ਵਿੱਚ ਤੋਰੀ ਹੈ ਕਿ ਨਚਾਰ ਲੋਕ ਨਾਚ ਵੇਲੇ ਨੱਚਣ ਵੇਲੇ ਸੁਤੰਤਰ ਰੂਪ ਵਿੱਚ ਆਪਣੀ ਪ੍ਰਤਿਭਾ ਦਾ, ਆਪਣੇ ਭਾਵਾਂ ਦਾ ਪ੍ਰਗਟਾਵਾ ਕਰਦੇ ਨੇ, ਪਰ ਕਲਾਸੀਕਲ ਨਾਚ ਵਿੱਚ ਜਿਹੜਾ ਪੇਸ਼ਕਾਰ ਹੁੰਦਾ ਹੈ, ਨਚਾਰ ਹੁੰਦਾ ਹੈ, ਉਹ ਕਿਸੇ ਹੋਰ ਦੀ ਖੁਸ਼ੀ ਲਈ ਨੇਮਾਂ ਵਿੱਚ ਬੱਝ ਕੇ ਨੱਚ ਰਿਹਾ ਹੁੰਦਾ ਹੈ। ਸੋ ਖੁੱਲ੍ਹ ਕੇ ਨਹੀਂ ਉਹ ਨੱਚ ਰਿਹਾ ਹੁੰਦਾ ਜਿਹੜਾ ਕਲਾਸੀਕਲ ਨਾਚ ਨੱਚਣ ਵਾਲਾ ਹੈ। ਪਰ ਲੋਕ ਨਾਚ ਨੱਚਣ ਵਾਲੇ ਖੁੱਲ੍ਹ ਕੇ ਨੱਚਦੇ ਨੇ, ਆਪਣੇ ਭਾਵਾਂ ਦਾ ਪ੍ਰਗਟਾਵਾ ਕਰਦੇ ਨੇ। ਕਲਾਸੀਕਲ ਨਾਚ ਵਾਲਾ ਕਿਸੇ ਨੱਚਣ ਵੇਲੇ ਕਿਸੇ ਰਾਜੇ ਜਾਂ ਕਿਸੇ ਭਗਵਾਨ ਦੀ ਮੂਰਤੀ ਅੱਗੇ ਨੱਚਦਾ ਹੈ, ਕਿਸੇ ਧਾਰਮਿਕ ਸਮਾਗਮ ਦੇ ਮੌਕੇ ਨੱਚਦਾ ਹੈ, ਕੋਈ ਵਜ਼ੀਰ ਦੀ ਪ੍ਰਸ਼ੰਸਾ ਲੈਣ ਲਈ ਕੋਈ ਨੱਚ ਰਿਹਾ ਹੁੰਦਾ ਹੈ, ਜਾਂ ਲੋਕਾਂ ਦੀ ਬਹੁਤ ਹੀ ਵਾਹ-ਵਾਹ ਖੱਟਣ ਲਈ ਨੱਚਦਾ ਹੈ। ਸੋ ਇਹ ਜਿਹੜਾ ਧਾਰਮਿਕ ਮੌਕੇ ਉੱਪਰ ਜੋ ਕਲਾਸੀਕਲ ਨਾਚ ਇੱਕ ਬੰਦਸ਼ ਦੇ ਵਿੱਚ ਰਹਿ ਕੇ ਪੇਸ਼ ਕਰ ਰਿਹਾ ਹੁੰਦਾ ਹੈ, ਉਹ ਪੇਸ਼ਕਾਰ ਆਪਣੇ ਭਾਵਾਂ ਨੂੰ ਪ੍ਰਗਟਾ ਪੂਰੀ ਤਰ੍ਹਾਂ ਖੁੱਲ੍ਹ ਕੇ ਨਹੀਂ ਕਰ ਸਕਦਾ, ਜਦਕਿ ਲੋਕ ਨਾਚਾਂ ਵਿੱਚ ਇਹ ਉਲਟ ਹੈ। ਸੋ ਪਿਆਰੇ ਵਿਦਿਆਰਥੀ ਸਾਥੀਓ, ਕਿ ਇਹ ਕਲਾਸੀਕਲ ਨਾਚ ਤੇ ਲੋਕ ਨਾਚਾਂ ਵਿਚਲੇ ਜਿਹੜੇ ਫਰਕ ਹੈ, ਇਸ ਨੂੰ ਅੱਗੇ ਹੋਰ ਗੱਲ ਵੀ ਕਹੀ ਗਈ ਹੈ ਕਿ ਜਿਹੜੇ ਕਲਾਸੀਕਲ ਨਾਚ ਨੇ, ਕਿਉਂਕਿ ਤੁਹਾਨੂੰ ਪਤਾ ਹੈ ਕਿ ਉਹ ਧਰਮ ਨਾਲ ਸੰਬੰਧਿਤ ਰਹੇ ਨੇ, ਕਿ ਧਾਰਮਿਕ ਮੌਕਿਆਂ ਨਾਲ ਸੰਬੰਧਿਤ ਰਹੇ ਨੇ, ਦੇਵੀ ਦੇਵਤਿਆਂ ਦੀ ਮੂਰਤੀਆਂ ਅੱਗੇ ਨੱਚਣ ਦਾ ਜੀ ਉਹ ਪ੍ਰਥਾ ਰਹੀ ਹੈ ਕਲਾਸੀਕਲ ਨਾਚਾਂ ਵਿੱਚ। ਤੇ ਇਹ ਵੀ ਤੁਸੀਂ ਦੇਖਿਆ ਕਿ ਸ਼ਿਵ ਜੀ ਜੋ ਨੱਚਦੇ ਸੀ 108 ਤਰ੍ਹਾਂ ਦੀਆਂ ਮੁਦਰਾਵਾਂ, ਸੋ ਇਸ ਕਰਕੇ ਇਹਨਾਂ ਨਾਲ ਜੋੜ ਕੇ, ਧਰਮ ਨਾਲ ਜੋੜ ਕੇ, ਇਹ ਸੰਸਕਾਰਾਂ ਨਾਲ ਜੋੜ ਕੇ ਮੰਨਿਆ ਗਿਆ। ਪਰ ਜਿਹੜਾ ਲੋਕ ਨਾਚ ਹੈ ਉਸ ਨੂੰ ਕਲਾਸੀਕਲ ਨਾਚ ਦੀ ਬਜਾਏ ਉੱਜੜ ਕਿਹਾ ਗਿਆ ਹੈ, ਕਿ ਬੜਾ ਉੱਜੜ ਕਿਸਮ ਦਾ ਹੁੰਦਾ ਹੈ, ਭੱਦੀ ਕਿਸਮ ਦੇ ਹੁੰਦੇ ਨੇ ਲੋਕ ਨਾਚ, ਤੇ ਕਲਾਸੀਕਲ ਨਾਚ ਧਰਮ ਨਾਲ ਸੰਬੰਧਿਤ ਹੋਣ ਕਰਕੇ ਬੜੇ ਉੱਤਮ ਕਿਸਮ ਦੇ ਹੁੰਦੇ ਨੇ। ਇਸ ਬਾਰੇ ਸਾਨੂੰ ਕੋਈ ਪੁਰਾਣੀ ਮਿਸਾਲ ਵੀ ਮਿਲਦੀ ਹੈ। ਇੱਕ ਮਹਾਭਾਰਤ ਵਿੱਚ ਇੱਕ ਥਾਂ ਤੇ ਪ੍ਰਕਰਨ ਆਉਂਦਾ ਹੈ ਕਿ ਰਾਜਾ ਕਰਨ ਜਿਹੜਾ ਹੈ ਉਹ ਔਰਤਾਂ ਦੇ ਸਿੱਧੇ ਸਾਦੇ ਜਿਹੜੇ ਨਾਚ ਨੇ, ਜਿਵੇਂ ਮੰਨ ਲਓ ਕਿ ਗਿੱਧਾ ਨੱਚਦੀਆਂ ਨੇ ਔਰਤਾਂ, ਤਾਂ ਉਹ ਕਹਿੰਦਾ ਹੈ ਰਾਜਾ ਕਰਨ ਉੱਥੇ ਕਿ ਤੁਹਾਡੇ ਜਿਹੜੇ ਇਹ ਨਾਚ ਨੇ ਬੜੇ ਹੀ ਉਜੜ ਕਿਸਮ ਦੇ ਨੇ। ਪਰ ਅੱਜ ਵੇਖਿਆ ਜਾਵੇ ਤਾਂ ਕਲਾਸੀਕਲ ਨਾਚ ਨੇ ਜਿਹੜੇ ਉਹਨਾਂ ਦਾ ਦਾਇਰਾ ਹੈ ਉਹ ਧਾਰਮਿਕ ਮੌਕਿਆਂ ਤੱਕ ਹੀ ਸੀਮਤ ਹੈ, ਪਰ ਜਿਹੜੇ ਸਾਡੇ ਲੋਕ ਨਾਚ ਨੇ ਉਹ ਉਜੜ ਨਹੀਂ ਰਹੇ। ਅੰਤ ਵਿੱਚ ਲੇਖਕ ਨੇ ਲੋਕ ਨਾਚਾਂ ਨੂੰ ਆਦਮ ਨਾਚਾਂ ਦੇ ਵਾਰਸ ਕਿਹਾ ਹੈ, ਜਿਨ੍ਹਾਂ ਨੂੰ ਸਾਰੇ ਭਾਰਤੀ ਖਿੱਤਿਆਂ ਦੇ ਲੋਕ ਨੱਚਦੇ ਹਨ ਤੇ ਸਾਡੀ